ਸ਼੍ਰੀ ਵਾਹਿਗੁਰੂ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਤਿਨ ਬਿਧੀਨ ਕੀ ਕੁਲ ਬਿਖੇ, ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕਉ ਸੁਖ ਦਏ, ਜਹ ਤਹ ਭਏ ਸਹਾਏ। ਆਦਿ ਨਿਰੰਜਨ ਹੈ ਗੁਰ ਨਾਨਕ, ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਨਿਓ ਪਰ ਲੋਕ ਸੁਨਿਓ ਬਿਦ, ਲੋਕ ਸੁਨਿਓ ਸਭ ਦਰਸ਼ਨ ਪਾਇਓ। ਸੰਗਤ ਪਰ ਉਤਾਰਨ ਕਉ ਗੁਰੂ ਨਾਨਕ, ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਇਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਗਾਵੈ ਰਵਿਦਾਸ, ਭਗਤ ਜੈ ਦੇਵ ਤਰਲੋਚਨ। ਨਾਮਾ ਭਗਤ ਕਬੀਰ,
ਸਦਾ ਗਾਵਹਿ ਸਮਲੋਚਨ। ਭਗਤ ਬੀਣ ਗੁਣ ਰਵੈ, ਸਹਿਜ ਆਤਮ ਰੰਗ ਮਾਣੈ। ਜੋਗ ਧਿਆਨ ਗੁਰ ਗਿਆਨ ਬਿਨਾ, ਪ੍ਰਭ ਅਵਰ ਨ ਜਾਣੈ। ਸੁਖ ਦਿਓ ਪਰੀਖਿਤ ਗੁਣ ਰਵੈ, ਗੋਤਮ ਰਿਖ ਜਸ ਗਾਇਓ। ਕਬ ਕਲ ਸੁਜਸ ਨਾਨਕ ਗੁਰ, ਨਿਤ ਨਵ ਤਨ ਜਗ ਛਾਇਓ। ਗੁਣ ਗਾਵੈ ਰਵਿਦਾਸ, ਭਗਤ ਜੈ ਦੇਵ ਤ੍ਰਿਲੋਚਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਣਗਾਨ ਉਦਾਰ, ਮਹਿਮਾ ਅਪਾਰ, ਭਵ ਸਾਗਰ ਤੋਂ ਤਾਰਨਹਾਰ, ਸ਼ਬਦ ਅਵਤਾਰ। ਬਾਣੀ ਗੁਰੂ, ਗੁਰੂ ਹੈ ਬਾਣੀ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ। ਦਸਾਂ ਹੀ ਪਾਤਸ਼ਾਹੀਆਂ ਜੀ ਦੇ ਸਾਖਿਆਤ ਸਰੂਪ। ਤਖਤ ਚੌਰ ਛਤਰ ਕੇ ਮਾਲਕ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਐਸੇ ਦੀਨ ਦਿਆਲ ਸਤਿਗੁਰਾਂ ਨੇ ਸਾਡੇ 'ਤੇ ਮਹਾਨ ਬਖਸ਼ਿਸ਼ ਕਰਕੇ, ਰਹਿਮਤ ਕਰਕੇ, ਕਿਰਪਾਲਤਾ ਕਰਕੇ, ਦਇਆ ਕਰਕੇ, ਤਰਸ ਕਰਕੇ ਅੰਮ੍ਰਿਤ ਵੇਲੇ ਸੁਬਾਹ ਆਪਣੇ ਤਖਤ 'ਤੇ ਸੁਭਾਇਮਾਨ ਹੋ ਕਰਕੇ ਦਰਸ਼ਨ ਦੀਦਾਰੇ ਬਖਸ਼ ਕੇ ਨਦਰੀ ਨਦਰ ਨਿਹਾਲ ਕੀਤਾ ਹੈ। ਖੁਸ਼ੀਆਂ ਅਸੀਸਾਂ ਬਖਸ਼ ਰਹੇ ਹਨ। ਪਾਤਸ਼ਾਹ ਨੇ ਉਦਮ ਬਖਸ਼ਿਆ। ਗੁਰੂ ਸਾਹਿਬ ਜੀ ਦੇ, ਪਾਤਸ਼ਾਹ ਜੀ ਦੇ ਹੁਕਮ ਅਨੁਸਾਰ, ਉਹਨਾਂ ਦੇ ਬਖਸ਼ੇ ਉਦਮ ਅਨੁਸਾਰ ਗੁਰੂ ਪਿਆਰੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਜੀ ਦੀ ਪਾਵਨ ਪਵਿੱਤਰ ਸੇਵਾ ਕਰ ਰਹੇ ਨੇ। ਗੁਰੂ ਪਿਆਰੀਆਂ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੀਆਂ ਨੇ। ਔਰ ਸਾਰੀ ਸਤਿਗੁਰਾਂ ਦੀ ਮਹਾਨ ਰਹਿਮਤਾਂ ਸਦਕਾ ਹਾਜ਼ਰੀਆਂ ਭਰ ਕੇ, ਬਾਣੀ ਪੜ੍ਹ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸ਼ੀਸ਼ ਨਵਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਸਾਰਿਆਂ 'ਤੇ ਹੀ ਆਪਣਾ ਮੇਰਾ ਪ੍ਰਾਤ ਰੱਖਣ। ਆਪਣੇ ਚਰਨਾਂ ਕਮਲਾਂ ਨਾਲ ਜਿੱਥੇ ਬਾਣੀ ਬਖਸ਼ਦੇ ਨੇ, ਹਾਜ਼ਰੀਆਂ ਭਰਾਉਂਦੇ ਨੇ, ਉੱਥੇ ਨਾਲ ਨਾਲ ਇਹ ਵੀ ਕਿਰਪਾਲਤਾ ਕਰਨ ਸਾਡੇ 'ਤੇ ਮਹਾਰਾਜ ਜੀ। ਜੋ ਸ਼ਬਦ ਦੀ ਵਿਚਾਰ ਚੱਲਦੀ ਹੈ ਸਾਡੇ ਹਿਰਦੇ 'ਤੇ, ਇਹਦਾ ਨਿਵਾਸ ਹੋ ਜਾਵੇ। ਪਾਵਨ ਪਵਿੱਤਰ ਬਾਣੀ ਦਾ ਨਿਵਾਸ ਸਾਡੇ ਹਿਰਦੇ 'ਤੇ ਹੋ ਜਾਵੇ। ਗੁਰੂ ਪਾਤਸ਼ਾਹ ਤੋਂ ਐਸੀ ਅਸੀਸ ਮੰਗੀਏ। ਸੋ ਆਪ ਸੰਗਤਾਂ ਜਿੱਥੇ ਭਲੀ ਪ੍ਰਕਾਰ ਬਾਣੀ ਨਾਲ ਜੁੜਦੇ ਹੋ, ਨਿਤਨੇਮ ਨਾਲ ਜੁੜਦੇ ਹੋ, ਨਾਮ ਜਪਦੇ ਹੋ, ਉੱਥੇ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਹੋ ਰਹੀ ਹੈ। ਗੁਰੂ ਕੀ ਪਾਵਨ ਪਵਿੱਤਰ ਬਾਣੀ ਦੀ ਕਥਾ ਨਾਲ ਵੀ ਜੁੜਦੇ ਹੋ, ਕਥਾ ਵਿੱਚ ਹਾਜ਼ਰੀਆਂ ਭਰਦੇ ਹੋ। ਕਥਾ ਸੁਣਨ ਨਾਲ ਸਾਧ ਸੰਗਤ ਜੀ ਸਾਡੇ ਬਹੁਤ ਸਾਰੇ ਜਿਹੜੇ ਨੇ ਨਾ ਮਨ ਦੇ ਜਿਹੜੇ ਭੇਦ ਉਹ ਖੁੱਲ੍ਹ ਜਾਂਦੇ ਨੇ। ਕਈ ਵਾਰੀ ਅਰਥ ਬੋਧ ਦਾ ਹੀ ਨਹੀਂ ਪਤਾ ਹੁੰਦਾ, ਸ਼ੁੱਧ ਅਰਥ ਹੋ ਜਾਂਦਾ। ਫਿਰ ਹੋਰ ਭਾਵਨਾ ਵੱਜਦੀ ਗੁਰੂ ਦੇ ਨੇੜੇ ਹੋਰ ਹੋ ਜਾਈਦਾ। ਸਾਰੇ ਗੁਰੂ ਦੇ ਨੇੜੇ ਹੋਣ ਦੇ ਵਸੀਲੇ ਹੀ ਨੇ, ਹੋਰ ਭਾਵਨਾ ਵੱਜਦੀ ਆ। ਫਿਰ ਇਹ ਵੀ ਲਿਖਿਆ ਵੀ ਜਦੋਂ ਅਸੀਂ ਸਾਧ ਸੰਗਤ ਜੀ, ਇਹ ਵੀ ਪਤਾ ਵੀ ਆਏ ਹਾਂ ਅਤੇ
ਸੰਸਾਰ ਤੇ ਜਾਣਾ ਵੀ ਹੈ, ਸਭ ਨੂੰ ਪਤਾ ਹੈ। ਇਹ ਵੀ ਲਿਖਿਆ ਵੀ ਹੈ, ਗੁਰਬਾਣੀ ਦਾ ਫਰਮਾਨ ਆ, ਪ੍ਰਾਣੀ ਤੋਂ ਆਇਆ ਲਾਹਾ ਲੈਣ। ਇਹ ਲਾਹੇ ਨੇ ਸਾਰੇ। ਸ਼ੁਭ ਕਰਮ ਕਰਨੇ, ਹਾਜ਼ਰੀਆਂ ਭਰਨੀਆਂ, ਗੁਰੂ ਕੇ ਦਰਬਾਰ ਦੀ ਸੇਵਾ ਕਰਨੀ, ਗੁਰੂ ਦੀ ਕਥਾ ਬਾਣੀ ਕੀਰਤਨ ਨਾਲ ਜੁੜਨਾ, ਇਹ ਲਾਹਾ ਹੈ। ਪ੍ਰਾਣੀ ਤੋਂ ਆਇਆ ਲਾਹਾ ਲੈਣ, ਇਹ ਲਾਹਾ ਲੈਣਾ ਹੈ। ਤੋ ਫਰਮਾਨ ਪਾਤਸ਼ਾਹ ਦਾ ਹੋਰ ਆ, ਕਥਾ ਕੀਰਤਨ ਸੁਖਦਾਈ। ਆਇਆ ਨਾ ਤੇ ਚਲੇ ਜਾਣਾ ਹੈ। ਤੇ ਸੁੱਖਾਂ ਵਾਲੀ ਇਹਦੇ 'ਚ ਕਿਹੜੀ ਵਸਤੂ ਹੈ? ਉਹ ਕਥਾ ਕੀਰਤਨ ਸੁਖਦਾਈ ਹੈ। ਤੋ ਆਪ ਇਸ ਕਰਕੇ ਸੁੱਖਾਂ ਨੂੰ ਦੇਣ ਵਾਲੀ ਕਥਾ ਸਰਵਣ ਕਰ ਰਹੇ ਹੋ, ਵਡਭਾਗੇ ਹੋ। ਆਓ ਫਿਰ ਉਸੇ ਕਥਾ ਨਾਲ ਜੁੜਨਾ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਮਹਿਮਾ ਸਵਈਆਂ ਦੁਆਰਾ ਪਾਠ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸਭਾ ਲੱਗੀ ਹੋਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਰਾਮਸਰ ਸਾਹਿਬ ਦੇ ਪਾਵਨ ਸਥਾਨਾਂ 'ਤੇ 17 ਹੀ ਭੱਟ ਪਹੁੰਚੇ ਨੇ। ਉਹਨਾਂ ਵਿੱਚੋਂ ਕੱਲ੍ਹ ਨਾਮੇ ਭੱਟ ਜੋ ਗੁਰਾਂ ਦੇ ਹਜ਼ੂਰ ਹੱਥ ਜੋੜੀ ਖੜਾ ਹੋਇਆ, ਉਸਤਤ ਕਰੀ ਜਾਂਦਾ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਦੇ ਸਰੂਪ ਦੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਹ ਸਾਰਾ ਸਾਸੀ ਸਭਾ ਲੱਗੀ, ਦੀਵਾਨ ਲੱਗਿਆ ਹੋਇਆ। ਜਿਹੜੀ ਆਪਾਂ ਕਥਾ ਵਿਚਾਰ ਸਰਵਣ ਕਰ ਰਹੇ ਹਾਂ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਦੀ ਇਹ ਪਾਵਨ ਪਵਿੱਤਰ ਗੁਰਾਂ ਤੋਂ ਭਰੋਸਾਈ ਪਰਮ ਭੂਮੀ ਹੈ, ਜਿੱਥੋਂ ਦੀ ਵਿਚਾਰ ਕਥਾ ਚੱਲ ਰਹੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ। ਆਓ ਫਿਰ ਆਪਾਂ ਜੁੜਨਾ ਕਰੀਏ। ਜਿਸ ਪ੍ਰਕਾਰ ਸੁਰਤਿਆਂ ਬਿਰਤਿਆਂ ਨੂੰ ਉੱਥੇ ਲੈ ਜਾਈਏ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ, ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਮਹਾਨ ਹਸਤੀਆਂ ਗੁਰਾਂ ਦੇ ਹਜ਼ੂਰ ਸੇਵਾ ਵਿੱਚ ਹਾਜ਼ਰ ਨੇ। ਪੰਚਵਟੀ ਦਾ ਸ਼ੁਭ ਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਲਿਖਾਈ ਹੋ ਰਹੀ ਹੈ। ਉਹਨਾਂ ਦਿਨਾਂ ਵਿੱਚ ਹੀ ਭੱਟ ਆਏ ਸਨ। ਇਹ ਵੀ ਬਾਣੀ ਗੁਰੂ ਪਾਤਸ਼ਾਹ ਨੇ ਫਿਰ ਉੱਥੇ ਹੀ ਸ਼ਾਮਲ ਕਰ ਲੈਣੀ। ਤੋ 17 ਭੱਟ ਗੁਰਾਂ ਦੇ ਹਜ਼ੂਰ ਖਲੋਤੇ ਹੋਏ ਨੇ। ਇਹ ਕੱਲ੍ਹ ਨਾਮੇ ਭੱਟ ਜੋ ਹੈ ਗੁਰਾਂ ਦੇ ਹਜ਼ੂਰ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਸੋਭਾ ਕਰ ਰਿਹਾ, ਉਸਤਤ ਕਰ ਰਿਹਾ। ਆਓ ਉਹ ਸੋਭਾ ਉਸਤਤ ਸੁਣ ਕੇ ਆਪਾਂ ਵੀ ਸਾਧ ਸੰਗਤ ਜੀ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲੇ ਬਣਾਈਏ, ਜੀਵਨ ਨੂੰ ਸਫਲਾ ਬਣਾਈਏ। ਕੱਲ੍ਹ ਵੀ ਬੇਨਤੀ ਕੀਤੀ ਸੀ, ਇਹ ਉਹੀ ਸਵਈਏ ਹਨ ਜਿਹੜੇ ਸੁਭਾ ਅੰਮ੍ਰਿਤ ਵੇਲੇ ਨਿੱਤ ਸ੍ਰੀ ਦਰਬਾਰ ਸਾਹਿਬ ਤੋਂ ਆਪਾਂ ਸਰਵਣ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਸਰੂਪ ਸੋਨੇ ਦੀ ਪਾਲਕੀ ਵਿੱਚ ਅਕਾਲ ਤਖਤ ਸਾਹਿਬ ਤੋਂ ਜਦੋਂ ਸੁਭਾ ਆਉਂਦੇ ਨੇ, ਉਸ ਤੋਂ ਉਪਰੰਤ ਫਿਰ ਸੇਵਾ ਹੁੰਦੀ ਮਹਾਰਾਜ ਜੀ ਦੀ। ਸਿੰਘ ਸਾਹਿਬ ਜੀ ਸੇਵਾ ਕਰਦੇ ਨੇ ਅਤੇ ਉਹ ਜਿਹੜੇ ਸਿੱਖ ਪਿਆਰੇ ਨੇ ਉਹ ਸਾਧ ਸੰਗਤ ਜੀ ਫਿਰ ਇਹਨਾਂ ਸਵਈਆਂ ਦਾ ਪਾਠ ਕਰਦੇ ਨੇ। ਇਹ ਬੜੇ ਲੰਮੇ ਗੁਰੂ ਕਾਲ ਤੋਂ, ਬੜੇ ਸਮੇਂ ਤੋਂ ਇਹ ਮਰਜ਼ਾਦਾ ਚੱਲ ਰਹੀ ਆ, ਨਿਰੰਤਰ ਜਾਰੀ ਗੁਰੂ ਸਾਹਿਬ ਜੀ ਦੀ ਕਿਰਪਾਲਤਾ ਸਦਕਾ। ਆਓ ਗੁਰੂ ਪਾਤਸ਼ਾਹ ਦੀ ਉਸ ਪਾਵਨ ਪਵਿੱਤਰ ਸੋਭਾ ਨੂੰ ਆਪਾਂ ਵੀ ਭੱਟਨਾਮੇ ਜੋ ਕੱਲ੍ਹ ਹੈ ਉਹਦੀ ਰਸਨਾ ਤੋਂ ਸਰਵਣ ਕਰੀਏ, ਆਪਣਾ ਜੀਵਨ ਸਫਲਾ ਕਰੀਏ, ਹਾਜ਼ਰੀਆਂ ਲਵਾਈਏ। ਜਿੱਥੇ ਜਿੱਥੇ ਤੱਕ ਆਵਾਜ਼ ਜਾ ਰਹੀ, ਸਾਰੇ ਹੀ ਗੁਰੂ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਿੱਖੀ ਨੂੰ ਪਿਆਰ ਕਰਨ ਵਾਲੇ, ਸਿੱਖੀ ਧਾਰਨ ਕਰਨ ਵਾਲੇ ਸਾਰੇ ਸਿੱਖ ਪਿਆਰੇ ਆਓ ਹਾਜ਼ਰੀਆਂ ਲਵਾਈਏ ਜੀ। ਗੁਰੂ ਨਾਨਕ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਝੁਕਾ ਕੇ ਹਾਜ਼ਰੀਆਂ ਲਵਾਈਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਗਾਵੇ ਰਵਿਦਾਸ
ਭਗਤ ਜੈ ਦੇਵ ਤ੍ਰਿਲੋਚਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕਰ ਰਹੇ ਨੇ ਭੱਟ ਜੀ। ਅਤੇ ਕੱਲ੍ਹ ਦੇ ਵਿੱਚ ਸਵਈਏ ਵਿੱਚ ਸੁਣਿਆ ਸੀ ਆਪਾਂ ਨੇ, ਮਹਾਰਾਜ ਨੂੰ ਕਹਿ ਰਿਹਾ ਸੀ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਸਾਰੇ ਯੁਗਾਂ 'ਚ ਹੀ ਤੁਹਾਡਾ ਵਰਤਾਰਾ ਵਰਤ ਰਿਹਾ ਹੈ। ਤ੍ਰਿਕਾਲਦਰਸ਼ੀ ਹੋ ਗਿਆ ਸਾਧ ਸੰਗਤ ਜੀ ਭੱਟ ਕੱਲ੍ਹ ਨਾਮੇ ਗੁਰੂ ਜੀ ਦੇ ਉੱਤੇ ਕਰਦਿਆਂ ਕੱਲ੍ਹ ਜੋ ਕਹਿੰਦੇ ਤ੍ਰਿਕਾਲਦਰਸ਼ੀ, ਤਿੰਨਾਂ ਸਮਿਆਂ ਦਾ ਬੋਧ ਹੋ ਜਾਣਾ ਉਹਨੂੰ ਕਹਿੰਦੇ ਤ੍ਰਿਕਾਲਦਰਸ਼ੀ। ਭੂਤ ਭਵਿੱਖ ਭਵਾਨ ਸਾਰੇ ਸਮੇਂ ਦਿਸਣ ਲੱਗ ਗਏ ਉਹਨੂੰ। ਅਤੇ ਪਿਛਲੇ ਯੁਗਾਂ ਦਾ ਜੋ ਵਰਤਾਰਾ ਸੀ ਉਹ ਵੀ ਦੱਸਿਆ। ਸਤਿਯੁਗ ਤੈ ਮਾਣਿਓ ਚਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਣ ਕੋ ਰਾਜ ਅਭੈ ਭਗਤੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਹਾਂ ਅੱਗੇ ਸ੍ਰੀ ਗੁਰੂ ਰਾਜ ਅਬ ਚਲਾ ਟਲ ਆਦ ਪੁਰਖ ਫੁਰਮਾਇਓ। ਇਹ ਗੁਰੂ ਨਾਨਕ ਸਾਹਿਬ ਜੀ ਦੀ ਕੱਲ ਵੇਖੋ ਐਸੀ ਜਦੋਂ ਸਾਰੇ ਯੁਗਾਂ ਦਾ ਉਹਨੂੰ ਸਾਧ ਸੰਗਤ ਜੀ ਸਰੂਪ ਸਾਹਮਣੇ ਆ ਗਏ। ਕਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਤੁਸੀਂ ਵਰਤਾਰਾ ਵਰਤਾਉਂਦੇ ਰਹੋਗੇ ਅਤੇ ਤਾਂ ਤੁਹਾਡੀ ਇਹ ਸ਼ੋਭਾ ਹੋ ਰਹੀ ਨਾ ਮਹਾਰਾਜ ਜੀ। ਅੱਜ ਫਿਰ ਕੀ ਕਹਿ ਰਹੇ ਨੇ ਮਹਾਰਾਜ ਤੁਹਾਡਾ ਜਸਪੁਰ ਕੌਣ ਕੌਣ ਕਰ ਰਹੇ ਨੇ, ਆ ਫਿਰ ਸਰਵਣ ਕਰ ਗਏ। ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ। ਹੇ ਮਹਾਰਾਜ, ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਦੇ ਹਜ਼ੂਰ ਕੱਲ੍ਹ ਨਾਮੇ ਪੱਟ ਖਲੋਤਾ ਉਸਤਤ ਕਰ ਰਿਹਾ ਮਹਾਰਾਜ ਦੀ। ਮਹਾਰਾਜ ਤੁਸੀਂ ਪਹਿਲੇ ਸਰੂਪ ਵਿੱਚ ਨਾ ਜੋ ਸਰੂਪ ਧਾਰਨ ਕੀਤੇ, ਤੁਹਾਡੇ ਉਹ ਗੁਣ ਸਾਰੀ ਧਰਤੀ 'ਤੇ ਗਾਇਨ ਹੋ ਰਹੇ ਨੇ। ਕੱਲ੍ਹ ਤਾਂ ਦੱਸਿਆ ਚਾਰੇ ਯੁਗਾਂ 'ਚ, ਅਤੇ ਹੁਣ ਮਹਾਰਾਜ ਨੂੰ ਫੇਰ ਕਹਿ ਰਿਹਾ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੁਹਾਡੇ ਗੁਣ ਗਾਵੈ ਰਵਿਦਾਸ। ਭਗਤ ਰਵਿਦਾਸ ਜੀ ਵੀ ਤੁਹਾਡੇ ਗੁਣ ਗਾਉਂਦੇ ਨੇ। ਸਾਧ ਸੰਗਤ ਜੀ ਭਗਤ ਰਵਿਦਾਸ ਜੀ ਬਾਰੇ ਜਾਣਦੇ ਹੋ, ਉਹ ਗੁਰੂ ਪਿਆਰੇ ਉਹਨਾਂ ਦਾ ਦਿਨ ਵੀ ਮਨਾਉਂਦੇ ਹੁੰਦੇ ਨੇ। ਇੱਕ ਦੋ ਵਾਰੀ ਹਾਜ਼ਰੀਆਂ ਭਰਨ ਦਾ ਵੀ ਆਪਾਂ ਨੂੰ ਮੌਕਾ ਮਿਲਿਆ ਹੈ। ਭਗਤ ਰਵਿਦਾਸ ਜੀ ਕਿਤਨੀ ਭਗਤੀ ਕਹਿ ਲਈਏ ਸਾਧ ਸੰਗਤ ਜੀ। ਕਾਂਸੀ ਦੇ ਵਿੱਚ ਭਗਤੀ ਵੀ ਐਸੀ ਕੀਤੀ ਰਵਿਦਾਸ ਜੀ ਨੇ, ਬਸ ਨਾਲੇ ਮੋਰਚਾ ਲੱਗਿਆ ਸੀ ਉਸ ਸਮੇਂ ਦੇ ਲੋਕਾਂ ਨਾਲ। ਉਸ ਮੋਰਚੇ ਨੂੰ ਸਾਧ ਸੰਗਤ ਜੀ ਫਤਿਹ ਕੀਤਾ। ਉਹ ਕੋਈ ਐਸਾ ਨਹੀਂ ਵੀ ਕੋਈ ਡਾਂਗ ਸੋਟਾ ਲੈ ਕੇ ਲੜੇ ਨਹੀਂ ਸਨ, ਬਸ ਸ਼ਬਦ ਨਾਲ ਹੀ ਗੁਰੂ ਪਾਸ ਤੇ ਪਰਮੇਸ਼ਰ ਜੀ 'ਤੇ ਭਰੋਸਾ ਹੀ ਰੱਖਿਆ। ਕਿ ਪਰਮੇਸ਼ਰ ਜੀ ਸਾਧ ਸੰਗਤ ਜੀ ਸਾਖਿਆਤ ਭਗਤ ਰਵਿਦਾਸ ਜੀ ਦੇ ਸਾਖਿਆਤ ਪ੍ਰਗਟੀ ਸਾਧ ਸੰਗਤ ਜੀ ਜਿਸ ਪ੍ਰਕਾਰ ਉਹਨਾਂ ਦੀ ਸਹਾਇਤਾ ਕੀਤੀ। ਕਿਉਂਕਿ ਭਗਤ ਰੂਪ ਜਿਹੜੇ ਹੁੰਦੇ ਨੇ ਧਾਰਨ ਕੀਤੇ, ਪਰਮੇਸ਼ਰ ਨੇ ਰੂਪ ਧਾਰਨ ਕੀਤੇ ਹੁੰਦੇ ਨੇ। ਆਪਣਾ ਨਾਮ ਜਪਾਉਣਾ, ਸ਼ੁੱਧ ਰਸਤੇ ਸੰਸਾਰ ਦੇ ਲੋਕਾਂ ਨੂੰ ਲਾਉਣਾ, ਭਗਤੀ ਪਰਮੇਸ਼ਰ ਨੇ ਹੀ ਭਗਤੀ ਰੂਪ ਧਾਰਿਆ ਹੋਇਆ ਹੁੰਦਾ ਹੈ। ਉਹ ਸਨ ਭਗਤ ਰਵਿਦਾਸ ਜੀ। ਉਹੀ ਮਹਾਰਾਜ ਗੁਰੂ ਨਾਨਕ ਸਾਹਿਬ ਤੁਹਾਡੇ ਗੁਣ ਗਾ ਰਹੇ ਨੇ। ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ। ਅਤੇ ਜੈਦੇਵ ਜੀ ਸਾਧ ਸੰਗਤ ਜੀ ਕਹਿੰਦੇ ਉਹ ਵੀ ਤੁਹਾਡੇ ਗੁਣ ਗਾ ਰਿਹਾ। ਤ੍ਰਿਲੋਚਨ ਭਗਤ ਜੀ ਵੀ ਤੁਹਾਡੇ ਗੁਣ ਗਾਉਂਦੇ ਨੇ। ਇਹ ਤ੍ਰਿਲੋਚਨ ਭਗਤ ਜੀ ਸਾਧ ਸੰਗਤ ਜੀ ਉਹ ਭਗਤ ਨਾਮਦੇਵ ਜੀ ਦੇ ਸਮੇਂ ਹੋਏ ਨੇ, ਉਹਨਾਂ ਦਾ ਜ਼ਿਕਰ ਆ ਰਿਹਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਵਿਸਥਾਰ ਸਾਹਿਤ ਨਾਲ ਲਿਖਿਆ ਹੋਇਆ, ਤੋ ਆਪਾਂ ਬਹੁਤਾ ਲੰਬਾ ਸਮਾਂ ਨਹੀਂ ਲਾਉਣਾ। ਸਮੇਂ ਦੇ ਵਿੱਚ ਰਹਿ ਕਰਕੇ ਇਸ਼ਾਰੇ ਮਾਤਰੀ ਬੇਨਤੀਆਂ ਨੂੰ ਸਮਝੀ ਜਾਣਾ ਦੀਰਘ ਕਰਕੇ। ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੁਹਾਡੇ ਗੁਣ ਭਗਤ ਰਵਿਦਾਸ ਜੀ ਵੀ ਗਾ ਰਹੇ ਨੇ, ਭਗਤ ਜੈਦੇਵ ਜੀ ਵੀ ਗਾ ਰਹੇ ਨੇ, ਅਤੇ ਭਗਤ ਤ੍ਰਿਲੋਚਨ ਜੀ ਵੀ ਗਾ ਰਹੇ ਨੇ ਤੁਹਾਡੇ ਗੁਣ। ਜੈਦੇਵ ਭਗਤ ਜੀ ਬਾਰੇ ਸਾਧ ਸੰਗਤ ਜੀ ਇਹਨਾਂ ਦੇ 3 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹਨ। ਐਸੇ ਭਗਤ ਗੁਰੂ ਦੇ ਪ੍ਰੇਮੀ ਸਨ ਸਾਧ ਸੰਗਤ ਜੀ। ਉਹ ਬੰਗਾਲ ਵਿੱਚ ਇਹਨਾਂ ਦਾ ਜਨਮ ਹੋਇਆ। ਇਹਨਾਂ ਨੇ ਗ੍ਰੰਥ ਵੀ ਲਿਖੇ ਨੇ ਕੁਛ,
एक गोबिंद गीता करके ग्रंथ लिखिया होया हिंदी च, पहला संस्कृत सी फिर हिंदी च होया। एक गुरमुख प्यारा गया सी ते मैनू उन्हें लिया के भी दिता ग्रंथ, गोबिंद गीता। गीत गोबिंद सी मेरा ख्याल है, गोबिंद गीता नहीं, गीत गोबिंद नाम सी उहदा, गीत गोबिंद। परमेश्वर की उस्तत सी साध संगत जी। भगत जयदेव जी परमेश्वर की उस्तत लिखद्या मैं थोड़ा जिहा जिक्र करद्या भी एक दिन ऐसी गल आ गई, लिखाई दे विच कई ऐसियां बचन हुंदे बड़े विस्तार नाल लिखने भी हुंदे ने ते बड़े उन्हां दी सोध भी करनी पैंदी है। ते कई ऐसे साध संग जी बचन आ जाते हुंदे ने, कई बारी लिखण वाला ते शंका हो जाती लिखीए कि ना लिखीए असीं। पर परमेश्वर की जिहड़ी लीला हुंदी है ना, वो लिखनी पैंदी, कहनी पैंदी। कई बार तुसीं जन्म साखी पढ़ोगे गुरु नानक साहब महाराज जी की, तो तुहानूं ऐसा होएगा भी ऐसे ऐसे बचन आ जाते हैं। गुरु नानक साहब ने जो कहा नहीं, गुरु महाराज ने टंबे लैके सारिਆਂ ਦਾ ਸੋਧਾ लाया, सारे कुटे। कई बार ये गल कहण नूं जी नहीं करता। अखीरला समा सी ना जो महाराज जी का, जो शब्द आउंदा गुरु ग्रंथ साहिब जी, धानक रूप रहा करतार, धानक रूप धारिया होया सीगा। ते उस रूप नूं कदे देखना भी बड़े हौसले नाल ही देखा, दर्शन हो सकते सन। सारिਆਂ ते महाराज ने सलोतर फेरिया, सब भज्या। बाबा बुढ़ा साहब जी भी भज्या है, कल्ले गुरु अंगद देव साहब ही रह गए सन। वो फिर कई ऐसा जिवें कई ऐसे बचन हुंदे ने। एक बारी अपने डेरे की गल है, तो वो कोई कविता ला रहा सी गुरु नानक साहब की। उन्हें साखी वो कविता के बोल दे मैनूं याद नहीं हैं पूरे। ये कह रहा सी भी गुरु नानक साहब जो महाराज जी सच्चा सौदा करन गए ने ना, सच्चा सौदा करके आए तो बाबा कालू जी ने गुरु नानक साहब महाराज नूं 20 रुपये दे के भेजा सी। ते महाराज सच्चे पातशाह महाराज जी ने वो सच्चा सौदा ऐसा किया भी लंगर साधुआं नूं छका दिता। बाबा कल्याण राय जी ने फिर उन्होंने घूरना किया, चपेड़ा मारिया महाराज दे। जो आप कहिए ना तो मन नूं होरों जिहा भी हुंदा, महाराज नूं क्यों कहिए वो चपेड़ा मारिया। पर लिखनी तो पवेगी ना चीज़, जी गल वचन वो तो लिखना ही पवेगा ना। वो मैं गल सुणाउंदा डेरे की, तो वो जो गा के आया ना, वो गल पै गया। एक सिंह सीगा अपना बरियाम सिंह हुंदा भोने तो, निहंग सिंह बाणे च। वो कहंदा ओए तू सुबह सुबह ही कहंदा महाराज दी चपेड़ा मरा दित्तियां, कहंदा होर तैनूं कविता ही नहीं आई कोई। कई ऐसे बचन ने असीं कहण तो असीं सानूं होरों जी लगदा काहतों कहिए, पर लिखण दे भी लिखणे पैणे ने। तो ऐसा बचन सी साध संग जी कोई, ये गोबिंद गीत गोबिंद जां एक पोथी लिख रहे सन भगत जयदेव जी। तो वो लिखद्या लिखद्या कोई ऐसा बचन आ गया भी मैं लिखा कि ना लिखा, लिखा कि ना लिखा। उधर ग्रंथ की संपूर्णता होने वाली सी, मन में शंका आ गई। है परमेश्वर की लीला, बचन बड़े सख्त ने। जे लेखनी में आ गए, आवाज़ जी ना ठीक करो, मूहरों माइक की आवाज़ वो नहीं आनी चाहिए, अगलों मेरे कन्ना च ना पवे। वो जो गाउण वाले ने उन्होंने काम होंदा है, मेरे डीजे पैण कन्ना ज़्यादा रौला पवे, आनंद लेना थोड़ी आवाज़ ना लिया जाता, जिन्हें आना नेड़े आ जाऊगा। सोहनी आवाज़ हो, मिठी हो। तो साध संगत जी भगत जय एक कमाल की साखी आ रही है, तां करके रौले जी ना नगा दिया करो, सुनिया करो इन्हां चीज़ों। दृढ़ता वाली भगती वाली परमेश्वर ते किवें भरोसा पाईदा, पर बचदा अपने प्यारिਆਂ ਨੂੰ। जिवें अजकल सच्चे पातशाह महाराज की कैसी मर्यादा ते किंतु परंतु बाणी ते किंतु परंतु शंका करनी। तो शंकावादी नूं कदे थां ही नहीं है परमेश्वर के दर ते।
ਆਨੰਦ ਸਾਹਿਬ ਬਾਣੀ ਦਾ ਫਰਮਾਨ ਹੈ, ਸਹਿਸੇ ਜਿਉ ਮਲੀਨ ਹੈ। ਜੋ ਸਹਿਸਾ ਕਰਦਾ, ਸ਼ੰਕਾ ਕਰਦਾ, ਉਹਦਾ ਮਲੀਨ ਜੀਵ ਹੁੰਦਾ, ਉਹ ਕਰਦਾ ਹੈ। ਜਿਹੜੇ ਪਵਿੱਤਰ ਬਿਰਤੀ ਵਾਲੇ ਗੁਰੂਆਂ 'ਤੇ ਸ਼ੰਕੇ ਪ੍ਰੰਤੇ ਨਹੀਂ ਕਰਦੇ। ਐਸੇ ਹਨ। तो इसी प्रकार ही साध संग जी गीत गोबिंद भगत जयदेव जी कोई पुस्तक या पोथी लिख रहे सन, कोई ऐसा बचन सख्त आ गया लिखण दे विचों संकोच करना, मैं इहनूं किस तरह लिखा। ਹੁਣ ਜੇ ਜੀਵਨ ਸੰਪੂਰਨ ਲਿਖਣਾ ਤਾਂ ਉਹ ਲਿਖਣਾ ਹੀ ਪਵੇਗਾ ਨਾ, ਤਾਂ ਹੀ ਹੋਏਗਾ, ਨਹੀਂ ਪੋਥੀ ਸੰਪੂਰਨ ਨਹੀਂ ਹੁੰਦੀ। ਹੋਰ ਕਿਵੇਂ ਕਹਿ ਕੇ ਲੰਘ ਜਾਣ ਭਗਤ ਜੀ, ਇਹ ਵੀ ਮੈਂ ਲੰਘਾਂ ਵੀ ਕਿਵੇਂ ਅਤੇ ਲਿਖਾਂ ਵੀ ਕਿਵੇਂ। ਸੋ ਸਾਧ ਸੰਗਤ ਜੀ ਬੜੇ ਗਲਤਾਨ ਸਨ ਲਿਖਣ ਦੇ ਵਿੱਚ। ਲਿਖਾਰੀਆਂ ਨੂੰ ਪਤਾ ਉਹਨਾਂ ਦੇ ਸਮਾਂ ਕੈਸਾ, ਗਗਨ ਮੰਡਲ ਕੀ ਉਡਾਰੀ ਹੁੰਦੀ ਆ ਲਿਖਾਰੀ ਲੋਕਾਂ ਦੀ। ਦਿਮਾਗ ਜਿਹੜਾ ਸਰੀਰ ਇੱਥੇ ਹੁੰਦਾ, ਜਿਹੜਾ ਮਨ ਸਾਧ ਸੰਗਤ ਜੀ ਉਹ ਫਿਰ ਗਗਨ ਮੰਡਲ ਵਿੱਚ ਉਡਾਰੀਆਂ ਲਾਉਂਦਾ ਫਿਰਦਾ। ਉਹਨੇ ਸੋਹਣੇ ਸੋਹਣੇ ਬਚਨ ਫੜ ਕੇ ਚੁਣਨੇ ਹੁੰਦੇ ਨੇ, ਫਿਰ ਉਹਨਾਂ ਨੂੰ ਕਲਮਬੱਧ ਕਰਨਾ ਹੁੰਦਾ। ਸੋ ਇਸੇ ਪ੍ਰਕਾਰ ਭਗਤ ਜੈਦੇਵ ਜੀ ਗੀਤ ਗੋਬਿੰਦ ਪੋਥੀ ਦੀ ਰਚਨਾ ਕਰ ਰਹੇ ਸਨ। ਕੋਈ ਬਚਨ ਐਸਾ ਆ ਗਿਆ ਅਤੇ ਕਹਿੰਦੇ ਮੈਂ ਲਿਖਾਂ ਤਾਂ ਕਿਵੇਂ ਲਿਖਾਂ। ਪਰੇਸ਼ਾਨੀ ਵੀ ਆਈ ਮਨ ਦੇ ਵਿੱਚ। ਤੋ ਉਹ ਆਪਣੀ ਕਲਮ ਦੁਆਤ ਨੂੰ ਉੱਥੇ ਪਿਆ ਦਿੱਤਾ, ਪੋਥੀ ਨੂੰ ਕੱਪੜੇ ਨਾਲ ਸਤਿਕਾਰ ਨਾਲ ਢੱਕਤਾ ਅਤੇ ਬਾਹਰ ਨੂੰ ਚਲੇ ਗਏ ਨੇ। ਮਨ ਪਰੇਸ਼ਾਨ ਹੈ ਵੀ ਇਹ ਬਚਨ ਕਿਵੇਂ ਲਿਖਾਂ। ਮੈਂ ਉਹ ਬਚਨ ਮੈਨੂੰ ਪਤਾ ਮਹਾਂਪੁਰਸ਼ਾਂ ਨੇ ਦੱਸਿਆ ਸੀ, ਪਰ ਮੈਂ ਸਾਂਝਾ ਵੀ ਨਹੀਂ ਕਰ ਸਕਦਾ। ਐਸੇ ਬਚਨ ਨੇ ਉਹ ਵਿਦਿਆਰਥੀਆਂ ਨੂੰ ਦੱਸੇ ਜਾਂਦੇ ਨੇ। ਕਈ ਗੱਲਾਂ ਸਟੇਜ 'ਤੇ ਨਹੀਂ ਕਹੀਆਂ ਜਾਂਦੀਆਂ। ਤੋ ਪੋਥੀ ਸੰਕੋਚ ਕੇ ਉੱਤੇ ਰੁਮਾਲਾ ਦੇ ਕੇ ਸਾਰੇ ਆਪਣੇ ਮੈਟਰ ਨੂੰ ਸਾਂਭ ਕੇ ਮਨ ਵਿੱਚ ਇਹ ਵਿਚਾਰਾਂ ਚੱਲ ਰਹੀਆਂ ਨੇ। ਭਗਤ ਜੈਦੇਵ ਜੀ ਬਾਹਰ ਨੂੰ ਚਲੇ ਗਏ ਨੇ, ਜੰਗਲਾਂ 'ਚ ਚਲੇ ਗਏ ਨੇ। ਪਿੱਛੇ ਭਗਤਣੀ ਉਹਨਾਂ ਦੀ ਧਰਮ ਪਤਨੀ ਭਗਤ ਜੀ ਦੀ, ਉਹ ਘਰ ਵਿੱਚ ਸਨ। ਮਾਤਾ ਜੀ ਭਗਤ ਜੀ ਬਾਹਰ ਨੂੰ ਚਲੇ ਗਏ ਨੇ ਅਤੇ ਉਹ ਹਲੇ ਦਰਵਾਜ਼ਿਓਂ ਨਿਕਲੇ ਹੀ ਆ 5-4 ਮਿੰਟ ਚਲੇ ਗਏ ਨੇ। ਕੋਈ ਹੋਰ ਸਰੂਪ ਆਇਆ, ਬਿਲਕੁਲ ਭਗਤਣੀ ਨੂੰ ਪਤਾ ਨਹੀਂ ਲੱਗਿਆ ਵੀ ਕੌਣ ਭਗਤ ਜੀ ਕਿ ਕੌਣ। ਉਹ ਪੋਥੀ ਅਤੇ ਰੁਮਾਲੇ ਉਠਾ ਕਰਕੇ ਜਿਹੜਾ ਸ਼ਬਦ ਸੀ ਲਿਖ ਦਿੱਤਾ। ਭਗਤ ਜੀ ਗੱਲ ਬਾਹਰ ਜਾ ਕੇ ਇੱਕ ਦਰੱਖਤ ਦੇ ਥੱਲੇ ਸਾਧ ਸੰਗਤ ਜੀ ਉਹ ਬਿਰਾਜ ਗਏ ਨੇ। ਮਨ ਵਿੱਚ ਇਹ ਵਿਚਾਰ ਚੱਲ ਰਹੀ ਹੈ ਵੀ ਉਹ ਗ੍ਰੰਥ ਜਿਹੜਾ ਪੂਰਾ ਕਰਨਾ ਹੈ, ਸ਼ਬਦ ਲਿਖਣਾ ਹੈ, ਲਿਖਾਂ ਦਾ ਕਿਵੇਂ ਲਿਖਾਂ, ਕੀ ਲਿਖਾਂ। ਜੰਗਲ ਵਿੱਚ ਗਏ, ਇੱਕ ਦਰੱਖਤ ਦੇ ਥੱਲੇ ਪੈ ਗਏ ਨੇ। ਪਿਛਲੀ ਜਿਹੜੀ ਬਾਂਹ, ਕਈ ਵਾਰੀ ਆਪਾਂ ਸੌ ਜਾਂਦੇ, ਪਿੱਛੇ ਸਿਰ ਥੱਲੇ ਰੱਖੀ, ਇੱਕ ਲੱਤ 'ਤੇ ਲੱਤ ਰੱਖੀ ਅਤੇ ਪਏ ਵਿਚਾਰਾਂ ਚੱਲ ਰਹੀਆਂ। ਕਿਤੇ ਅੱਖਾਂ ਖੋਲ੍ਹਦੇ, ਕਿਤੇ ਸਾਧ ਸੰਗਤ ਜੀ ਮੀਟ ਲੈਂਦੇ ਨੇ। ਇੱਕ ਉੱਥੇ ਨਜ਼ਾਰਾ ਤੱਕਿਆ ਭਗਤ ਜੀ ਨੇ, ਉਹ ਜਿਹੜਾ ਸ਼ਬਦ ਲਿਖਣਾ ਸੰਕੋਚ ਕਰਦੇ ਸਰਨਾ, ਉਹ ਸਾਰੇ ਦਰੱਖਤ ਦੇ ਪੱਤਿਆਂ ਉੱਤੇ ਲਿਖਿਆ ਪਿਆ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਜਿਹੜੇ ਸ਼ਬਦ ਲਿਖਣ ਦੀ ਸੰਕੋਚ ਕਰਦੇ ਸਰਨਾ ਭਗਤ ਜੈਦੇਵ ਜੀ, ਉਹ ਸਾਰੇ ਦਰੱਖਤ ਦੇ ਪੱਤਿਆਂ ਉੱਤੇ ਲਿਖਿਆ ਹੋਇਆ ਸੀ। ਪਰਮੇਸ਼ਰ ਨੇ ਲਿਖ ਦਿੱਤਾ। ਭਗਤ ਜੀ ਦਾ ਨਿਸ਼ਚਾ ਵਧਾ ਦਿੱਤਾ ਵੀ ਸ਼ਬਦ ਤੈਨੂੰ ਲਿਖਣਾ ਹੀ ਪੈਣਾ ਭਗਤ ਜੀ। ਪਰਮੇਸ਼ਰ ਨੇ ਐਸੀ ਰਚਨਾ ਰਚਾਈ, ਖੇਲ ਲੀਲਾ ਕੀਤੀ ਉੱਥੇ, ਇਹ ਕੌਤਕ ਦਿਖਾਇਆ। ਉਹ ਪਿੱਛੇ ਜੇ ਇੱਕ ਗਾਣਾ ਜਿਹਾ ਚੱਲਿਆ ਸੀਗਾ, ਪੱਤੇ ਪੱਤੇ ਉੱਤੇ ਤੇਰਾ ਨਾਂ ਲਿਖਿਆ। ਲੋਕਾਂ ਨੂੰ ਸੁਣਨ ਵਾਲਿਆਂ ਨੂੰ ਪਤਾ ਹੋਊਗਾ। ਉਹ ਅਸਲੀ ਗੱਲ ਤਾਂ ਇਹ ਆ, ਭਗਤ ਜੈਦੇਵ ਜੀ ਦੀ ਸਾਖੀ 'ਤੇ ਟੁਕਦਾ ਉਹ ਕੰਮ। ਇਹ ਪਰਮੇਸ਼ਰ ਦਾ ਨਾਮ ਜਿਹੜਾ ਉਹ ਭਗਤ ਜੀ ਨਹੀਂ ਲਿਖਣਾ ਚਾਹੁੰਦੇ ਸਨ ਨਾ, ਵੀ ਸ਼ੰਕਾ ਬਣ ਗਈ ਸੀ।
ਉਹ ਪੱਤੇ ਪੱਤੇ ਉੱਥੇ ਲਿਖਤਾ ਸੀ, ਲੋਕਾਂ ਨੇ ਹੋਰ ਕਿਸੇ ਪਾਸੇ ਲਾ ਲਈ ਇਹ ਗੱਲ। ਅਸਲੀ ਗੱਲ ਤਾਂ ਉਹ ਆ ਵੀ ਪੱਤੇ ਪੱਤੇ ਉੱਤੇ ਪਰਮੇਸ਼ਰ ਦਾ ਨਾਮ ਲਿਖਿਆ ਪਿਆ ਸੀ। ਅਤੇ ਭਗਤ ਜੀ ਨੂੰ ਵੱਝ ਗਿਆ ਭਰੋਸਾ ਵੀ ਚਲੋ ਠੀਕ ਆ, ਤਾਂ ਪਰਮੇਸ਼ਰ ਨੇ ਮੈਨੂੰ ਪ੍ਰਗਟ ਹੀ ਦੱਸ ਦਿੱਤਾ, ਜਾ ਕੇ ਲਿਖਾਂ। ਜੋ ਭਗਤ ਜੀ 2-4 ਘੰਟਿਆਂ ਬਾਅਦ ਘਰੇ ਆਏ ਨੇ, ਪੋਥੀਆਂ ਦੇਖੀਆਂ, ਉਹ ਸ਼ਬਦ ਸਾਧ ਸਿੰਘ ਜੀ ਪੋਥੀ 'ਤੇ ਲਿਖਿਆ ਪਿਆ, ਸੰਪੂਰਨ ਕੀਤੀ ਪਈ ਪੋਥੀ। ਅਤੇ ਭਗਤ ਜੀ ਆਪਣੀ ਧਰਮ ਪਤਨੀ ਨੂੰ ਕਹਿਣ ਲੱਗੇ, ਭਗਤਣੀਏ ਮੇਰੀਆਂ ਪੋਥੀਆਂ ਕਿਹਨੇ ਛੇੜੀਆਂ ਸਨ? ਕਹਿੰਦੀ ਜੀ ਕਿਸੇ ਨੇ ਨਹੀਂ। ਕਹਿੰਦੇ ਮੈਂ ਤਾਂ ਉਦੋਂ ਗਿਆ। ਕਹਿੰਦਾ ਤੁਸੀਂ ਗਏ ਸੀ ਨਾ, ਫਿਰ ਮੁੜ ਆਏ ਸੀ 5-7 ਮਿੰਟਾਂ ਬਾਅਦ ਹੀ, ਘੜੀ ਬਾਅਦ ਆ ਗਏ ਸੀਗੇ, ਅਤੇ ਤੁਸੀਂ ਆਪ ਹੀ ਤਾਂ ਲਿਖ ਕੇ ਗਏ ਹੋ। ਬੜੀ ਹੈਰਾਨਗੀ ਵਾਲੀ। ਕਹਿੰਦਾ ਮੈਂ ਤਾਂ ਉਦੋਂ ਦਾ ਆਇਆ ਨਹੀਂ ਵਾਪਸ, ਮੈਂ ਤਾਂ ਜਦੋਂ ਇੱਥੋਂ ਗਿਆ ਹੈ ਘਰੋਂ, ਉਦੋਂ ਬਾਅਦ ਮੈਂ 4 ਘੰਟਿਆਂ ਬਾਅਦ ਆਇਆ। ਉਹ ਕਹਿੰਦੀ 5 ਮਿੰਟਾਂ ਬਾਅਦ ਹੀ ਆ ਗਏ ਸੀ ਤੁਸੀਂ। ਬਿਲਕੁਲ ਤੁਸੀਂ ਮੇਰੇ ਨਾਲ ਕੋਈ ਬਚਨ ਵੀ ਨਹੀਂ ਕੀਤਾ, ਅਤੇ ਉਹ ਲਿਖ ਕੇ ਤੁਸੀਂ ਫੇਰ ਚਲੇ ਗਏ ਸੋ। ਸਾਧ ਸੰਗਤ ਜੀ ਫਿਰ ਉਦੋਂ ਜ਼ਿਆਦਾ ਨਿਸ਼ਚਾ ਵੱਜ ਗਿਆ। ਪਰਮੇਸ਼ਰ ਨੇ ਭਗਤ ਜੈਦੇਵ ਜੀ ਵਾਲਾ ਸਰੂਪ ਧਾਰਨ ਕਰਕੇ ਉਹ ਸ਼ਬਦ ਲਿਖ ਗਏ ਸਨ। ਐ ਪ੍ਰਤੱਖ ਹੁੰਦਾ, ਅੰਗ ਸੰਗ ਹੁੰਦਾ ਵਾਹਿਗੁਰੂ ਪਰਮੇਸ਼ਰ ਭਗਤਾਂ ਦੇ। ਉਹ ਜੈਦੇਵ ਭਗਤ ਜੀ ਸਨ, ਜਿਹਦਾ ਕਹਿੰਦੇ ਉਹ ਜੈਦੇਵ ਐਸੀ ਮਹਾਨ ਬਿਰਤੀ ਵਾਲਾ। ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਤੁਹਾਡਾ ਗਾਇਨ ਕਰ ਰਿਹਾ ਹੈ ਭਗਤ ਰਵਿਦਾਸ ਜੀ, ਭਗਤ ਜੈਦੇਵ ਜੀ ਵਰਗੇ। ਹੇ ਗੁਰੂ ਨਾਨਕ ਸਾਹਿਬ ਜੀ, ਤੁਹਾਡਾ ਜਸ ਕਰ ਰਹੇ ਹਨ ਭਗਤ ਤ੍ਰਿਲੋਚਨ ਜੀ ਵਰਗੇ। ਸਾਧ ਸੰਗਤ ਜੀ, ਤ੍ਰਿਲੋਚਨ ਦੀਆਂ ਬੜੀਆਂ ਸਾਖੀਆਂ ਨੇ, ਵਿਸਥਾਰ ਬਹੁਤਾ ਹੋ ਜਾਵੇਗਾ। ਹਰੇਕ ਭਗਤ ਦਾ ਜੀਵਨ ਜਿਨ੍ਹਾਂ ਦਾ ਨਾਮ ਆਉਂਦਾ ਇੱਥੇ ਲਾਈਏ ਤਾਂ ਫਿਰ ਕਈ ਮਹੀਨੇ ਲੱਗ ਸਕਦੇ ਕਥਾ ਨੂੰ। ਤੋ ਐਸੇ ਭਗਤ ਜੀ, ਜੈਦੇਵ ਜੀ, ਰਵਿਦਾਸ ਜੀ, ਤ੍ਰਿਲੋਚਨ ਜੀ, ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ। ਕੱਲ੍ਹ ਨਾਮੇ ਭੱਟ ਗੁਰੂ ਅਰਜਨ ਦੇਵ ਸਾਹਿਬ ਦੇ ਹਜ਼ੂਰ ਬੇਨਤੀਆਂ ਕਰਦਾ, ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦਾ, ਕਹਿੰਦਾ ਮਹਾਰਾਜ ਸਾਰੇ ਭਗਤ ਹੀ ਤੁਹਾਡਾ ਨਾਮ ਜਪ ਰਹੇ, ਤੁਹਾਡੀ ਸ਼ੋਭਾ ਕਰ ਰਹੇ ਹਨ। ਕਹਿੰਦੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਨਾਮਾ ਭਗਤ ਕਬੀਰ ਸਦਾ ਗਾਵਹਿ ਸਮਲੋਚਨ। ਭਗਤ ਨਾਮਦੇਵ ਜੀ ਤੁਹਾਡੇ ਗੁਣਗਾਨ ਕਰ ਰਹੇ ਨੇ ਮਹਾਰਾਜ ਜੀ। ਕਬੀਰ ਜੀ ਤੁਹਾਡੇ ਗੁਣ ਕਰ ਰਹੇ। ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ। ਜਿਨ੍ਹਾਂ ਦੀ ਦ੍ਰਿਸ਼ਟੀ ਹੈ ਸਾਹਿਬ ਜੀ ਜਿਹੜੀ ਆ ਉਹ ਸਮ ਹੈ, ਸਮ ਦ੍ਰਿਸ਼ਟੀ ਦੇਖਣੇ ਵਾਲੇ ਸਭ ਨੂੰ। ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਐਸੇ ਭਗਤ ਤੁਹਾਡੇ ਗੁਣਾਂ ਨੂੰ ਗਾਇਨ ਕਰ ਰਹੇ ਹਨ। ਸਾਧ ਸੰਗਤ ਜੀ, ਭਗਤ ਨਾਮਦੇਵ ਦੀ ਸਾਖੀ ਲਾਈਏ ਕਿਤਨਾ ਸਮਾਂ ਲੱਗ ਜਾਵੇਗਾ। ਇਹ ਉਹੀ ਭਗਤ ਨਾਮਦੇਵ ਹੈ ਜਿਨ੍ਹਾਂ ਨੂੰ ਸਾਧ ਸੰਗਤ ਜੀ ਉਹ ਵੇਖ ਲਓ ਵੀ ਪੰਡਿਆਂ ਨੇ ਈਰਖਾ ਦੇ ਵਸ ਹੋ ਕਰਕੇ ਮੰਦਰ ਵਿੱਚ ਨਹੀਂ ਜਾਣ ਦਿੱਤਾ ਸੀ। ਮੰਦਰ 'ਚੋਂ ਕੱਢਤਾ ਹੀ ਬਾਹਰ, ਚੱਲ ਬਾਹਰ, ਵੜਨ ਨਹੀਂ ਦਿੱਤਾ, ਧੱਕੇ ਮਾਰੇ ਬਾਹਰ ਕੱਢਤਾ। ਤੂੰ ਸ਼ੂਦਰ ਹੈ, ਤੂੰ ਛੋਟੀ ਜਾਤੀ ਦਾ, ਤੈਨੂੰ ਅਧਿਕਾਰ ਕੋਈ ਨਹੀਂ ਹੈ, ਚੱਲ ਬਾਹਰ। ਉਹ ਪਿੱਛੇ ਜਾ ਕੇ ਸਾਧ ਸੰਗਤ ਜੀ ਮੰਦਰ ਦੇ ਵਿਚਾਰਾ ਬਹਿ ਗਿਆ, ਆਪਣੀਆਂ ਖੜਤਾਲਾਂ ਨਾਲ ਨਾਮ ਸਿਮਰਨ ਵਿੱਚ ਲੱਗ ਗਿਆ, ਭਗਤੀ ਵਿੱਚ। ਅਤੇ ਮੰਦਰ ਹੀ ਫਿਰ ਸਾਧ ਸੰਗਤ ਜੀ ਪਰਮੇਸ਼ਰ ਨੇ ਭਗਤ ਜੀ ਵੱਲ ਨੂੰ ਉਹਦਾ ਮੁੱਖ ਮੰਦਰ ਦਾ ਕਰਤਾ ਹੈ। ਫੇਰ ਦੀਆ ਨਿਮ ਦੇਹਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਾੜ ਲਾ। ਉਸ ਦੇਹਰੇ ਦੇ ਸਾਧ ਸੰਗਤ ਜੀ ਦਰਸ਼ਨ ਕੀਤੇ ਨੇ, ਆਪ ਸੰਗਤਾਂ ਕਰਦੇ। ਹਜ਼ੂਰ ਸਾਹਿਬ ਤੋਂ ਕੋਈ 40 ਕੁ ਮੀਲ ਮੇਰਾ ਖਿਆਲ ਲਓ ਸਥਾਨ ਇੱਧਰੋਂ ਜਾਂਦਿਆਂ ਨੂੰ ਆਉਂਦਾ। ਜੇ ਬਾਈ ਰੋਡ ਜਾਈਏ ਤਾਂ ਕਰਕੇ, ਟ੍ਰੇਨ 'ਤੇ ਨਹੀਂ ਦਰਸ਼ਨ ਹੁੰਦੇ। ਅਤੇ ਆ ਸਿੰਘਾਂ ਪਿਆਰਿਆਂ ਨਾਲ ਜਿਹੜੇ ਜਾਂਦੇ ਨੇ ਦਰਸ਼ਨ ਕਰੇ ਨੇ। ਭਗਤ ਨਾਮਦੇਵ ਜੀ ਦਾ ਜਿਹੜਾ ਦੇਹਰਾ ਹੈ ਪਰਮੇਸ਼ਰ ਜੀ ਦਾ, ਅਤੇ ਉਹਦੇ ਭਗਤ ਜੀ ਵੱਲੀ ਉਹਦਾ ਮੁੱਖ ਹੋ ਗਿਆ ਸੀ। ਪੰਡੀਅਨ ਕੋ ਪਿਛਵਾੜ ਲਾ, ਪਾਂਡਿਆਂ ਵੱਲ ਉਸ ਮੰਦਰ ਦੀ ਪਿੱਠ ਹੋ ਗਈ ਸੀ। ਅਤੇ ਜੋ ਭਗਤ ਜੀ ਪਿਛਲੇ ਪਾਸੇ ਜਾ ਕੇ ਬੈਠੇ ਸਨ ਨਾ ਮੰਦਰ ਦੇ, ਉਹਨਾਂ ਵਾਲੀ ਮੰਦਰ ਦਾ ਫਿਰ ਮੁੱਖ ਹੋ ਗਿਆ ਸੀ। ਐਸੇ ਭਗਤ ਨਾਮਦੇਵ ਜੀ ਸਮਲੋਚਨ, ਜਿਨ੍ਹਾਂ ਦੀ ਸਮ ਦ੍ਰਿਸ਼ਟੀ ਸੀ, ਉਹ ਸਾਰੇ ਹੀ ਹੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡਾ ਜਸ ਗਾਇਨ ਕਰ ਰਹੇ ਹਨ ਜੀ। ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ। ਭਗਤ ਬੇਣੀ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਗੁਣ ਗਾਇਨ ਕਰ ਰਿਹਾ ਹੈ। ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ। ਹਾਂ, ਆਤਮ ਰਸ ਜੋ ਮੰਨਣੇ ਵਾਲਾ ਭਗਤ ਜੀ ਹੈ ਬੇਣੀ ਜੀ, ਉਹ ਵੀ ਤੁਹਾਡੇ ਗੁਣ ਗਾਇਨ ਕਰ ਰਿਹਾ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ।
ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ। ਕੈਸਾ ਹੈ ਭਗਤ ਬੇਣੇ ਜੀ, ਜੋਗ ਧਿਆਨ ਗੁਰ ਗਿਆਨ। ਜੋਗ ਆਦਿ ਕੁਛ ਨਹੀਂ ਕਰਦਾ ਉਹ, ਜੋਗ ਧਿਆਨ ਜੋਗਾ ਜਾਗਾ ਨਹੀਂ ਕੁਛ ਕਰਦਾ। ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ। ਨਾ ਉਹਦਾ ਗਿਆਨ ਵੀ ਤਾਂ ਗੁਰੂ ਹੀ ਹੈ, ਐਸਾ ਭਗਤ ਹੈ। ਯੋਗ ਵੱਲੋਂ ਵੀ ਨਹੀਂ ਉਹਦਾ ਕੋਈ ਭੁਰ ਨਿਸ਼ਚਾ ਨਹੀਂ ਯੋਗਾ 'ਚ। ਉਹ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹੜਾ ਉਹਨੂੰ ਰਾਜ ਯੋਗ ਮੰਨਿਆ ਬਈ, ਆਪਾਂ ਤਾਂ ਉਹੀ ਆਨੰਦ ਲੈਣਾ ਹੈ। ਸਹਿਜ ਯੋਗ ਮੰਨਿਆ ਗੁਰੂ ਨਾਨਕ ਸਾਹਿਬ ਨੇ। ਐਸੇ ਭਗਤ ਬੇਣੀ ਜੀ ਵਰਗੇ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਗੁਣਾਂ ਨੂੰ ਗਾਇਨ ਕਰ ਰਹੇ ਹਨ। ਕੱਲ੍ਹ ਨਾਮੇ ਕਹਿ ਰਿਹਾ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਹਾਡੇ ਗੁਣ ਸਾਰਾ ਜੋ ਕਣ ਕਣ ਹੈ, ਸਾਰੇ ਭਗਤ ਨੇ, ਦੇਵਲੋਕ ਨੇ, ਸਭ ਤੁਹਾਡੇ ਗੁਣ ਗਾਇਨ ਕਰ ਰਹੇ ਹਨ ਸਾਰੇ ਯੁਗਾਂ ਵਿੱਚ ਹੀ। ਸੁਖ ਦਿਓ ਪਰੀਖਤ ਗੁਣ ਰਵੈ, ਗੋਤਮ ਰਿਖ ਜਸ ਗਾਇਓ। ਸੁਖਦੇਵ ਸਾਧ ਸੁਖਦੇਵ ਮੁਨੀ ਜੀ ਜੋ ਬਿਆਸ ਦਾ ਪੁੱਤਰ ਹੈ, ਸਾਧ ਸੰਗਤ ਜੀ। ਸੁਖਦੇਵ ਪਰੀਖਤ ਗੁਣ ਪ੍ਰੀਖਤ ਜੋ ਸਾਧ ਸੰਗਤ ਜੀ, ਇਹ ਮਨੂੰ ਦਾ ਪੁੱਤਰ ਹੋਇਆ। ਇਹ ਪਾਂਡਵਾਂ ਦਾ ਅਖੀਰਲਾ ਰਾਜਾ, ਇਹਦੇ ਸਮੇਂ ਵਿੱਚ ਹੀ ਕਲਯੁਗ ਆ ਗਿਆ ਸੀ। ਰਾਜਾ ਪ੍ਰੀਸ਼ਤ, ਉਹ ਵੀ ਤੁਹਾਡੇ ਗੁਣ ਗਾਣ ਕਰ ਰਿਹਾ ਮਹਾਰਾਜ। ਬੜੀ ਲੰਬੀ ਕਥਾ ਵੱਧ ਜਾਵੇਗੀ, ਬੜੀ ਵੱਡੀ ਸਾਖੀ ਆਵੇਗੀ। ਰਾਜਾ ਪ੍ਰੀਸ਼ਤ ਕੌਣ ਸੀ? ਇਹ ਪਾਂਡਵਾਂ ਦਾ ਅਖੀਰਲਾ ਰਾਜਾ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹਨੇ ਸਾਰਿਆਂ ਦਾ ਵਿਸਥਾਰ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੋਇਆ ਹੈ। ਸੁਖ ਦਿਓ, ਜਿਹਨੂੰ ਸੁੱਖ ਨਾ ਹੁੰਦਾ ਤੋਤੇ ਤੋਂ, ਤੇ ਅਮਰ ਕਥਾ ਸੁਣ ਕੇ ਅੰਡੇ ਵਿੱਚ ਹੀ ਸਾਧ ਸੰਗਤ ਜੀ ਤੋਤੀ ਦੇ ਆਂਡੇ ਵਿੱਚੋਂ ਹੀ ਪੈਦਾ ਹੋਇਆ ਸੀ। ਸੁਪਨਾ ਹੁੰਦਾ ਤੋਤੇ ਦਾ ਤੇ ਦੇਵ ਹੁੰਦਾ ਮੁਨੀ, ਅਮਰ ਹੋ ਗਿਆ ਸੀ। ਬਿਆਸ ਜੀ ਦਾ ਪੁੱਤਰ, ਇਹ ਵੀ ਬੜਾ ਵਿਸਥਾਰ ਆਉਂਦਾ। ਸ਼ਿਵ ਜੀ ਪਾਰਵਤੀ ਨੂੰ ਫਿਰ ਅਮਰ ਕਥਾ ਸੁਣਾ ਰਹੇ ਸਨ। ਕਹਿੰਦੀ ਅਮਰ ਕਥਾ ਸੁਣਾਓ। ਚਲੋ ਸੁਣਾਉਣ ਲੱਗ ਗਏ। ਥੋੜ੍ਹਾ ਇਸ਼ਾਰੇ ਮਤਲਬ ਆਪਾਂ ਇਹ ਸਾਖੀ ਸਾਂਝੀ ਕਰ ਲਈਏ ਥੋੜ੍ਹੀ ਜਿਹੀ। ਪਾਰਵਤੀ ਸ਼ਿਵਾ ਨੂੰ ਕਹਿਣ ਲੱਗੀ ਮੈਨੂੰ ਅਮਰ ਕਥਾ ਸੁਣਾਓ। ਸਾਧ ਸੰਗਤ ਜੀ ਅਮਰ ਕਥਾ ਸੁਣਾਉਣ ਲੱਗ ਗਏ। ਕਹਿੰਦਾ ਵੀ ਸੋਈ ਨਾ, ਸਾਵਧਾਨ ਹੋ ਕੇ ਸੁਣੀ। ਕਹਿੰਦੀ ਹਾਂ ਸਵਾਮੀ ਜੀ ਸੁਣਾਓ। ਤੋ ਸਾਧ ਸੰਗਤ ਜੀ ਕਥਾ ਸ਼ੁਰੂ ਕਰ ਦਿੱਤੀ। ਵਣ ਦਾ ਦਰਖਤ ਸੀ, ਵਣ ਵਿੱਚ ਖੁੱਡਾਂ ਹੁੰਦੀਆਂ। ਇਹ ਤੋਤੇ ਆਮ ਬਣਾ ਲੈਂਦੇ ਨੇ ਆਪਣੇ ਆਲ੍ਹਣਾ, ਖੁੱਡ ਜੀ 'ਚ ਬਣਾ ਲੈਂਦੇ ਨੇ। ਉੱਥੇ ਇਹਨਾਂ ਦਾ ਆਲ੍ਹਣਾ ਸੀ ਤੋਤੇ ਦਾ। ਉਹਦੇ ਵਿੱਚ ਫਿਰ ਆਂਡੇ ਵੀ ਸਨ। ਉਸ ਦਰਖਤ ਥੱਲੇ ਬੈਠਿਆਂ ਵਣ ਦੇ ਥੱਲੇ ਸ਼ਿਵਾ ਨੇ ਕਥਾ ਸ਼ੁਰੂ ਕਰ ਦਿੱਤੀ। ਕਥਾ ਸ਼ੁਰੂ ਕਰ ਦਿੱਤੀ ਤੇ ਪਾਰਵਤੀ ਦੇ ਨੇਤਰ ਬੰਦ ਹੋ ਗਏ, ਬਿਰਤੀ ਲੱਗ ਗਈ। ਕਥਾ ਸੁਣ ਕੇ ਕਈ ਕਹਿੰਦੇ ਨਾ ਬਿਰਤੀ ਲੱਗ ਜਾਂਦੀ ਆ। ਉਹਦਾ ਆਦਿ ਸ਼ਕਤੀ ਸੀ ਸਾਧ ਸੰਗਤ ਜੀ, ਸ਼ਕਤੀ ਸੀ ਪਰਮੇਸ਼ਰ ਦੀ। ਤੋ ਹੰਗਾਰਾ ਜਿਹੜਾ ਸੀ ਉਹ ਉਵੇਂ ਚੱਲੀ ਜਾਵੇ, ਕਥਾ ਸੁਣਾਈ ਜਾਣ ਇਸ ਤਰ੍ਹਾਂ ਹੰਗਾਰਾ ਭਰਦੇ ਨਾ ਜਦੋਂ ਬਾਤ ਪੋਨੇ ਕਥਾ ਕਰਦੇ। ਕਥਾ ਚੱਲੀ ਜਾ ਰਹੀ ਆ। ਪਾਰਵਤੀ ਜੀ ਦੀ ਅੱਖ ਲੱਗ ਗਈ ਆ, ਭਾਵ ਸੌਂ ਗਈ ਆ। ਹੰਗਾਰਾ ਉਸੇ ਪ੍ਰਕਾਰ ਹੀ ਚੱਲ ਰਿਹਾ ਹੈ। ਉਹ ਹੰਗਾਰਾ ਜਿਹੜਾ ਐਸਾ ਹੋਇਆ ਵੀ ਤੋਤੇ ਦੇ ਆਂਡੇ ਸਨ ਨਾ ਉੱਤੇ, ਉਹ ਬੱਚੇ ਨੇ ਸੁਣ ਲਈ ਕਥਾ। ਸੁਰਤੀ ਨਾਲ ਸੁਣੀ ਗਿਆ ਬੱਚਾ ਆਂਡਾ। ਫਿਰ ਉਹ ਕਹਿੰਦੇ ਆਂਡਾ ਫੁੱਟ ਗਿਆ। ਉਹ ਬੱਚਾ ਕਥਾ ਸੁਣ ਕੇ ਅਮਰ ਹੋਣਾ ਹੀ ਸੀ ਉਹਨੇ।
ਜੋ ਪਾਰਵਤੀ ਦੀ ਅੱਖ ਖੁੱਲ੍ਹੀ ਅਤੇ ਕਹਿੰਦੇ ਵੀ ਪਤਾ ਲੱਗਿਆ ਤੂੰ ਸੌਂ ਗਈ ਸੀ। ਹਾਂ। ਅਤੇ ਕਹਿੰਦੇ ਹੰਗਾਰਾ ਕੌਣ ਭਰਦਾ ਸੀ? ਕਹਿੰਦੀ ਮੈਂ ਤਾਂ ਫਿਰ ਸੌਂ ਗਈ ਸੀ ਜੀ। ਜਾਂ ਦੇਖਿਆ ਅਤੇ ਕਹਿੰਦੇ ਵੀ ਉਹ ਦਰੱਖਤ ਆ, ਅਤੇ ਉਹ ਤਾਂ ਝੱਕ ਕੇ ਆ ਦੇਖਿਆ, ਉਹਦੇ 'ਚ ਆਲ੍ਹਣਾ ਦੇਖਿਆ, ਤੋਤੀ ਦਾ ਬੱਚਾ ਸੀ। ਫਿਰ ਤੋਤੇ ਦੇ ਬੱਚਾ ਜਿਹੜਾ ਸੀ ਉਹ ਸੁਣੀ ਗਿਆ, ਉਹ ਵੀ ਹੰਗਾਰਾ ਭਰੀ ਗਿਆ। ਉਹ ਕਹਿੰਦਾ ਇਹ ਤਾਂ ਮਾੜੀ ਗੱਲ ਹੋਈ ਆ, ਅਤੇ ਤੈਨੂੰ ਕਥਾ ਤੂੰ ਤਾਂ ਸੁਣੀ ਨਹੀਂ, ਤੋਤੇ ਨੇ ਸੁਣ ਲਈ ਆ, ਬੱਚੇ ਨੇ, ਉਹ ਅਮਰ ਹੋ ਗਿਆ। ਚਲੋ ਜੀ ਇਹਨੂੰ ਮਾਰਾਂ ਮੈਂ। ਸ਼ਿਵ ਜੀ ਕਹਿੰਦੇ ਤਰਸੂਲ ਲੈ ਕੇ ਉਹਦੇ ਮਗਰ ਪੈ ਗਏ ਨੇ, ਅਤੇ ਉਹਨੇ ਤੋਤੇ ਨੇ ਮਾਰੀ ਉਡਾਰੀ। ਸੁੱਖ ਨਾ ਉਹ ਤੋਤੇ ਦਾ ਹੁੰਦਾ, ਇੱਥੇ ਲਿਖਿਆ ਸੁਖਦੇਵ, ਉਹ ਤਾਂ ਮੈਨੂੰ ਥੋੜ੍ਹਾ ਵਿਸਥਾਰ ਕਰਨਾ ਪੈ ਗਿਆ। ਤੋਤੇ ਨੇ ਉਡਾਰੀ ਮਾਰੀ ਆ। ਸ਼ਿਵ ਜੀ ਕਹਿੰਦੇ ਵੀ ਮਗਰੇ ਤਰਸੂਲ ਲੈ ਕੇ। ਉਹ ਕਹਿੰਦੇ ਫਿਰ ਵਿਆਸ ਜੀ ਹੋਰਾਂ ਦੀ ਜਿਹੜੀ ਸੀ, ਰਿਸ਼ੀ ਵਿਆਸ ਜੀ ਦੀ ਧਰਮ ਪਤਨੀ, ਉਹਦੇ ਉਧਰ ਮੈਂ ਪ੍ਰਵੇਸ਼ ਕਰ ਲਿਆ ਤੋਤੇ ਨੇ। ਸ਼ਿਵਾ ਨੇ ਵੀ ਉੱਥੇ ਹੀ ਸਮਾਧੀ ਲਾ ਲਈ ਵੀ ਜਦੋਂ ਬਾਹਰ ਆਏਗਾ ਨਾ, ਜਨਮ ਲਏਗਾ, ਉਦੋਂ ਦਾ ਮੈਂ ਫਿਰ ਘਾਤ ਕਰਾਂਗਾ। ਤੋ ਸਾਧ ਸੰਗਤ ਜੀ 12 ਸਾਲ ਫਿਰ ਉਹ ਉਧਰ ਵਿੱਚ ਹੀ ਰਿਹਾ ਮਾਤਾ ਦੇ। ਮਾਤਾ ਬੜੀ ਵਿਚਾਰੀ, ਫਿਰ ਬੜੀਆਂ ਤਕਲੀਫਾਂ ਆਉਣੀਆਂ ਸੀ ਨਾ। ਵੇਖੋ ਜਿਸ ਤੋਂ 9 ਮਹੀਨੇ ਵਿੱਚ ਬੱਚੇ ਦਾ ਜਨਮ ਹੋ ਜਾਂਦੇ, 12 ਸਾਲ ਮਾਤਾ ਨੂੰ ਆਏ ਰਹਿਣਾ ਪਿਆ। ਬੜੀਆਂ ਤਕਲੀਫਾਂ। ਦੇਵਤਾ ਮੰਡਲ ਵਿੱਚ ਵੀ ਸਾਰਾ ਸਾਧ ਸੰਗਤ ਜੀ ਐਸਾ ਖੜਬੜੀ ਹੋ ਗਈ। ਐਸਾ ਕਿਹਾ ਕਿ ਸ਼ਿਵਾ ਜੀ ਨੂੰ ਸਮਝਾਉਣ ਲੱਗੇ। ਪਾਰਵਤੀ ਨੇ ਜਾ ਕੇ ਕਿਹਾ, ਸਾਰੇ ਕਹਿਣ ਲੱਗੇ ਦੇਵਤੇ ਮਾਤਾ ਪਾਰਵਤੀ ਤੁਸੀਂ ਸਮਝਾਓ। ਕਹਿਣ ਲੱਗੀ ਤੁਸੀਂ ਇਹਨੂੰ ਆਓ, ਕਿਉਂ ਮਾਰਦੇ ਹੋ? ਕਥਾ ਸੁਣ ਕੇ ਕੀ ਹੋ ਜਾਂਦਾ? ਕਹਿੰਦੇ ਅਮਰ ਹੋ ਜਾਂਦਾ। ਅਤੇ ਕਹਿੰਦੀ ਤਾਂ ਅਮਰ ਹੋ ਗਿਆ, ਹੁਣ ਫਿਰ ਤੁਸੀਂ ਮਾਰ ਹੀ ਨਹੀਂ ਸਕਦੇ। ਕਹਿੰਦਾ ਗੱਲ ਤਾਂ ਠੀਕ ਆ, ਚੱਲ। ਉਹ ਕਹਿੰਦੇ ਚਲੋ ਉੱਧਰ ਸਮਾਪਤ ਵੀ, ਉਹਨਾਂ ਨੂੰ ਜਨਮ ਲੈ ਲਿਆ ਮਾਤਾ ਦੀਆਂ ਅਰਦਾਸਾਂ ਸਾਨੂੰ। ਉਹ ਸੁਖਦੇਵ ਮੁਨੀ ਹੈ, ਵਿਆਸ ਜੀ ਦਾ ਪੁੱਤਰ ਹੈ। ਅਤੇ ਜਨਕ ਰਾਜੇ ਨੇ ਇਹਨੂੰ ਸਾਧ ਸੰਗਤ ਜੀ ਸਿਕਸ਼ਾ ਦਿੱਤੀ ਸੀ। ਭਾਵ ਜਨਕ ਰਾਜੇ ਦੇ ਦਾ ਚੇਲਾ ਹੈ ਸੁਖਦੇਵ ਮੁਨੀ। ਉਹ ਸੁਖਦੇਵ ਮੁਨੀ ਵੀ ਸੱਚੇ ਪਾਤਸ਼ਾਹ ਰਾਜਾ ਪ੍ਰੀਸ਼ਤ, ਜੇ ਸਾਖੀ ਲਾਈਏ ਪ੍ਰੀਸ਼ਤ ਦੀ ਬੜਾ ਲੰਬਾ ਵਿਸਤਾਰ ਹੋ ਜਾਵੇਗਾ, ਸੰਕੋਚ ਨਾ ਚੱਲਣਾ। ਤੋ ਸੁਖਦੇਵ ਮੁਨੀ, ਸੁਖਦੇਵ ਪ੍ਰੀਸ਼ਤ ਗੁਣ ਰਵੈ, ਪ੍ਰੀਸ਼ਤ ਵਰਗੇ ਰਾਜੇ ਸੱਚੇ ਪਾਤਸ਼ਾਹ ਤੁਹਾਡੇ ਗੁਣਾਂ ਨੂੰ ਗਾਇਨ ਕਰ ਰਹੇ ਹਨ। ਸੁਖਦੇਵ ਮੁਨੀ ਜੀ ਹੇ ਗੁਰੂ ਨਾਨਕ ਸਾਹਿਬ ਤੁਹਾਡੇ ਗੁਣਾਂ ਨੂੰ ਗਾਇਨ ਕਰ ਰਹੇ ਹਨ। ਗੋਤਮ ਰਖ ਜਸ ਗਾਇਓ, ਗੋਤਮ ਰਖੀ ਜੀ ਵੀ ਤੁਹਾਡੇ ਗੁਣਾਂ ਨੂੰ ਗਾਇਨ ਕਰ ਰਿਹਾ ਹੈ। ਗੋਤਮ ਰਖੀ ਸਾਧ ਸੰਗਤ ਜੀਓ, ਇਹ ਹਨੂੰਮਾਨ ਦਾ ਨਾਨਾ, ਅੰਜਨੀ ਦਾ ਪਿਤਾ। ਇਹਦੀ ਜਿਹੜੀ ਆ ਗ੍ਰਹਿਣੀ ਕਹਿ ਦਿੰਦੇ ਨੇ, ਜਾਂ ਬਾ ਧਰਮ ਪਤਨੀ ਕਹਿੰਦੇ ਨੇ, ਅਹਿਲਿਆ ਇਸਤਰੀ ਸੀ। ਉਹਦੇ ਕਾਰਨ ਕਰਕੇ ਵਿਸਥਾਰ ਬਹੁਤਾ ਨਾ ਕਰੀਏ। ਅਹਿਲਿਆ ਇਸਤਰੀ ਦੇ ਕਾਰਨ ਕਰਕੇ ਹੀ ਸਾਧ ਸੰਗਤ ਜੀ ਫਿਰ ਉਹਦੀ ਬੇਨਤੀ ਸੁਣ ਕੇ ਹੀ ਗੌਤਮ ਰਖੀ ਉਹ ਹੈ ਜਿਹਨੇ ਯੁੱਗ ਦੀ ਪਲਟੀ ਕਰ ਦਿੱਤੀ ਸੀ। ਆਉਣਾ ਸੀ ਪਹਿਲਾਂ ਦੁਆਪਰ ਅਤੇ ਤ੍ਰੇਤਾ ਯੁੱਗ ਆ ਗਿਆ। ਪਹਿਲਾਂ ਸਤਯੁਗ ਤੋਂ ਬਾਅਦ ਦੁਆਪਰ ਆਉਣਾ ਸੀ, ਤ੍ਰੇਤਾ ਆਇਆ। ਉਹ ਐਸਾ ਹੀ ਗੌਤਮ ਰਖੀ ਹੈ ਜਿਹਨੇ ਜੁਗਤ ਦੀ ਇੱਕ ਯੁੱਗ ਦੀ ਪਲਟੀ ਕਰ ਦਿੱਤੀ ਸੀ। ਐਸੇ ਰਖੀ ਹੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਗੁਣਾਂ ਨੂੰ ਗਾਇਨ ਕਰ ਰਹੇ ਹਨ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ। ਇਹ ਬੇਨਤੀਆਂ ਕਰ ਰਿਹਾ ਹੈ। ਕੱਲ੍ਹ ਨਾਮੇ ਭੱਟ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ, ਰਾਮਸਰ ਸਾਹਿਬ ਜੀ ਦਾ ਪਾਵਨ ਸਥਾਨ ਹੈ। 17 ਹੀ ਭੱਟ, ਅਤੇ ਉਹਨਾਂ ਵਿੱਚੋਂ ਇਹ ਸਾਧ ਸੰਗਤ ਜੀ ਕੱਲ੍ਹ ਨਾਮੇ ਭੱਟ ਗੁਰੂ ਨਾਨਕ ਸਾਹਿਬ ਦੀ ਉਸਤਤ ਕਰ ਰਿਹਾ। ਗੁਰੂਆਂ ਦੇ ਹਜ਼ੂਰ ਮਹਾਰਾਜ ਤੁਹਾਨੂੰ ਸੁਖਦੇਵ ਰਿਸ਼ੀ ਵਰਗੇ, ਤੁਹਾਨੂੰ ਮਹਾਰਾਜ ਪ੍ਰੀਸ਼ਤ ਵਰਗੇ ਮਹਾਨ ਜਿਹੜੇ ਰਾਜੇ ਹੋਏ ਨੇ ਮਹਾਰਾਜ ਜੀ ਉਹ, ਅਤੇ ਗੌਤਮ ਰਿਸ਼ੀ ਵਰਗੇ ਰਿਸ਼ੀ ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੁਹਾਡਾ ਹੀ ਜਪ ਕਰ ਰਹੇ ਹਨ, ਤੁਹਾਡਾ ਹੀ ਜਸ ਕਰ ਰਹੇ ਹਨ, ਤੁਹਾਡੀ ਸ਼ੋਭਾ ਵਡਿਆਈ ਕਰ ਰਹੇ ਹਨ ਜੀ। ਕਬ ਕਲ ਸੁਜਾਸ ਨਾਨਕ ਗੁਰ, ਨਿਤ ਨਵ ਤਨ ਜਗ ਛਾਇਓ। ਕਾਬ ਕਾਲ ਨਾਮੇ ਕਵੀ ਇਹ ਬੇਨਤੀਆਂ ਕਰਦਾ, ਹੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਹ ਤੁਹਾਡਾ ਜਿਹੜਾ ਜਸ ਹੈ ਨਾ, ਨਿਤ ਪ੍ਰਤੀ ਨਿਤ ਨਵ ਤਨ, ਨਿਤਾ ਪ੍ਰਤੀ ਸਾਹਿਬ ਮੇਰਾ ਨੀਤ ਨਵਾਂ, ਨਿਤਰ ਪ੍ਰਤੀ ਨਵ ਤਨ ਨਵਾਂ
ਨਿਤ ਪਤ ਕਬ ਕਲ ਸੋ ਜਸ ਨਾਨਕ ਅੱਧੀ ਪੰਕਤੀ ਗੁਰ ਦੱਸਿਆ ਕਰ। ਹਾਂ, ਨਿਤ ਨਵ ਤਨ ਜਗ ਛਾਇ। ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ, ਤੁਹਾਡਾ ਜਿਹੜਾ ਜਸ ਆ ਨਾ, ਸਾਰੀ ਧਰਤੀ ਤੇ ਨਿਤ ਨਿਤ ਨਵੇਂ ਨਵੇਂ ਤਰੀਕੇ ਨਾਲ ਜਸ ਗਾਇਨ ਕਰ ਰਹੇ ਨੇ। ਨਿਤ ਨਵੇਂ ਤੋਂ ਨਵਾਂ ਜਸ। ਹੋਰ ਦੁਨੀਆ ਦੇ ਲੋਕ ਕਿ ਗੁਰੂ ਨਾਨਕ ਸਾਹਿਬ ਦੀ ਜਿਹੜਾ ਸੋਭਾ ਸੁਣਦਾ, ਉਹ ਕਹਿੰਦਾ ਮੈਂ ਵੀ ਗੁਰੂ ਨਾਨਕ ਦੇ ਗੁਣ ਗਾਵਾਂ, ਮੇਰਾ ਵੀ ਕਲਿਆਣ ਹੋ ਜਾਵੇਗਾ। ਜਿਹੜਾ ਵੀ ਕਹਿੰਦਾ ਜੇ ਮੇਰਾ ਭਲਾ ਨਹੀਂ ਹੋਇਆ, ਉਹ ਕਹਿੰਦਾ ਮੇਰਾ ਹੀ ਭਲਾ ਹੋ ਜਾਵੇ, ਗੁਰੂ ਨਾਨਕ ਸਾਹਿਬ ਦਾ ਜਸ ਕਰੀਏ। ਨਿਤ ਨਵ ਤਨ, ਨਿਤ ਨਵੇਂ ਤੋਂ ਨਵਾਂ ਜਸ ਹੋ ਰਿਹਾ ਗੁਰੂ ਨਾਨਕ ਸਾਹਿਬ ਜੀ ਤੁਹਾਡਾ। ਆਕਾਸ਼ਾਂ ਪਤਾਲਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਸ ਹੋ ਰਿਹਾ। ਨਿਤ ਨਵ ਤਨ, ਨਿਤ ਪ੍ਰਤੀ ਨਵੇਂ ਤੋਂ ਨਵਾਂ ਜਸ ਇਹ ਗੁਰੂ ਨਾਨਕ ਸਾਹਿਬ ਤੁਹਾਡਾ ਹੋ ਰਿਹਾ ਹੈ। ਕਿਉਂਕਿ ਸਾਧ ਸੰਗਤ ਜੀ, ਕਲਿਆਣ ਤਾਂ ਗੁਰੂ ਨਾਨਕ ਸਾਹਿਬ ਦੇ ਜਸ ਨੇ ਕਰ ਦੇਣਾ। ਸਭ ਨੂੰ ਇਹ ਪਤਾ ਗੁਰੂ ਨਾਨਕ ਸਾਹਿਬ ਨੇ ਕਿਤਨੇ ਜੀਵਾਂ ਦਾ ਉਧਾਰ ਕੀਤਾ ਹੈ। ਪਿਛਲੇ ਦਿਨਾਂ ਜੀ ਪ੍ਰਵਾਨ ਦੁਆਰਾ ਬੇਨਤੀ ਕੀਤੀ ਸੀ ਵੀ ਜਿਤਨੇ ਸਾਧ ਸੰਗਤ ਜੀ ਗਗਨ ਮੰਡਲ ਕੇ ਤਾਰੇ ਹਨ, ਉਹਨਾਂ ਦੀ ਗਿਣਤੀ ਤਾਂ ਹੋ ਸਕਦੀ ਹੈ, ਪਰ ਜਿਤਨੇ ਜੀਵ ਜੰਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਧਾਰੇ ਨੇ, ਸੰਸਾਰ ਤੋਂ ਤਾਰੇ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤਾਰੇ ਗਨੇ ਜਾਤ ਹੈ, ਨਾ ਤਾਰੇ ਗਨੇ ਜਾਤ ਹੈ। ਸੋ ਇਸ ਭਾਵਨਾ ਨੂੰ ਲੈ ਕਰਕੇ ਨਿਤ ਤੋਂ ਨਿਤ ਨਵਾਂ ਤੋਂ ਨਵਾਂ ਜਸ ਸਾਰੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਹਾਡਾ ਹੋ ਰਿਹਾ ਹੈ। ਕਲਨਾਮੇ ਪੱਟ ਇਹ ਬੇਨਤੀਆਂ ਕਰਦਾ, ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰ ਰਿਹਾ। ਸੋ ਸਾਧ ਸੰਗਤ ਜੀ, ਆਪਾਂ ਸਾਰੇ ਜਿੱਥੇ ਇਹ ਬੇਨਤੀਆਂ ਕਰਦੇ ਨਾ, ਨਿਤ ਸ਼ਬਦ ਸੁਣਦੇ ਆ। ਪਿਛਲੇ ਦਿਨਾਂ 'ਚ ਵੀ ਬੇਨਤੀ ਕੀਤੀ ਸੀ ਵੀ ਜਦੋਂ ਯਾਦ ਰੱਖਿਆ ਕਰੀਏ, ਭਾਈ ਸਾਹਿਬ ਜੀ ਹੁਕਮਨਾਮਾ ਲੈਂਦੇ ਤੇ ਉਦੋਂ ਮੰਗਲਾਚਰਨ ਵਾਲੀਆਂ ਪੰਕਤੀਆਂ ਹੀ ਪੜ੍ਹਦੇ ਨੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਨ ਕਲ ਰਾਖੀ ਮੇਰੀ। ਇਹ ਸ਼ਬਦ ਪੜ੍ਹਦੇ ਪੰਕਤੀਆਂ ਉਦੋਂ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਡੇ 'ਤੇ ਕਿਰਪਾਲਤਾ ਕਰੋ, ਨਿਸ਼ਚਾ ਬਲ ਜਾਵੇ ਸਾਨੂੰ ਵੀ ਇਹ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਹੋ ਤੁਸੀਂ। ਨਿਤਾ ਪ੍ਰਤੀ ਪੰਕਤੀਆਂ ਸੁਣਦੇ ਤਕਰੀਬਨ ਯਾਦ ਨੇ ਸਾਰਿਆਂ ਦੇ ਪੰਕਤੀਆਂ। ਅਤੇ ਬਸ ਬੇਨਤੀ ਇਹ ਕਰਨੀ ਸੱਚੇ ਪਾਤਸ਼ਾਹ ਨਿਸ਼ਚਾ ਵੱਧ ਜਾਵੇ, ਕਿਰਪਾਲਤਾ ਕਰੋ, ਐਸੀ ਦ੍ਰਿੜਤਾ ਹਿਰਦੇ ਵਿੱਚ ਹੋ ਜਾਵੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੀ ਹੈ, ਜਿਸ ਨੂੰ ਜਪ ਕਰਕੇ ਸਾਡਾ ਕਲਿਆਣ ਹੋਣਾ ਹੈ। ਮੇਰਾ ਖਿਆਲ ਹੋ ਗਿਆ ਸੰਪੂਰਨ। ਸੋ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਰਹਿਮਤ ਕਰਨ, ਗੁਰੂ ਨਾਨਕ ਸਾਹਿਬ ਜੀ ਰਹਿਮਤ ਕਰਨ ਸਾਡੇ 'ਤੇ। ਗੁਰੂ ਨਾਨਕ ਸਾਹਿਬ ਜੀ ਨੂੰ ਜਿੱਥੇ ਵੱਡਾ ਵੱਡਾ ਬਾਣੀ ਕਹਿ ਰਹੀ ਹੈ, ਕਲਿਆਣਕਾਰੀ ਬਾਣੀ ਕਹਿ ਰਹੀ ਹੈ, ਸਾਰੇ ਜੁਗਾ ਜੁਗੰਤਰਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਜਸ ਹੋ ਰਿਹਾ ਹੈ। ਕਿਰਪਾਲਤਾ ਕਰਨ, ਹੇ ਗੁਰੂ ਨਾਨਕ ਸਾਹਿਬ ਜੀ ਸਾਡੇ 'ਤੇ ਕਿਰਪਾਲਤਾ ਕਰੋ, ਅਸੀਂ ਤੁਹਾਡੇ ਜਸ ਨਾਲ ਜੁੜੇ ਰਹੀਏ, ਤੁਹਾਡਾ ਜਸ ਇਸ ਰਸਨਾ ਤੋਂ ਹੁੰਦਾ ਹੀ ਰਹੇ। ਇਹ ਰਸਨਾ ਸਾਡੀ ਜਿਹੜੀ ਤੁਹਾਡਾ ਜਸ ਗਾਉਂਦੀ ਰਹੇ, ਤਾਂ ਕਰਕੇ ਸਾਡਾ ਇੱਥੇ ਸੰਸਾਰ 'ਤੇ ਆਉਣਾ ਕੁਛ ਸਫਲਾ ਹੋ ਜਾਵੇ। ਇਹ ਬੇਨਤੀਆਂ ਕਰਨੀਆਂ ਨੇ। ਤੋ ਇੱਥੇ ਕਥਾ ਦੀ ਸਮਾਪਤੀ ਆ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਸੁਖ ਦਿਓ ਪ੍ਰੀਖਤ ਗੁਣ ਰਵੈ, ਗੌਤਮ ਰਖ ਜਸ ਗਾਇਓ, ਕਬ ਕਲ ਸੁਜਸ ਨਾਨਕ ਗੁਰ, ਨਿਤ ਨਵ ਤਨ ਜਗ ਛਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।